ਗੁਰੂ ਅੰਗਦ ਦੇਵ ਸਾਹਿਬ ਜਿਨ੍ਹਾਂ ਦਾ ਪਵਿੱਤਰ ਨਾਮ ਸੀ ਭਾਈ ਲਹਿਣਾ, ਇਹ ਆਉਂਦੇ ਹਨ। ਇਹਨਾਂ ਦਾ 1561 ਬਿਕਰਮੀ ਦੇ ਵਿੱਚ ਪਵਿੱਤਰ ਪ੍ਰਕਾਸ਼ ਹੁੰਦਾ ਹੈ। ਵਿਸਾਖ ਸੁਦੀ ਏਕਮ ਵਾਲੇ ਦਿਨ ਮੈਨੇ ਵਿਸਾਖ ਦੇ ਮਹੀਨੇ 'ਚ ਸੁਦੀ ਪੱਖ ਦੇ ਵਿੱਚ ਜਿਹੜੀ ਏਕਮ ਆਉਂਦੀ, 1 ਤਰੀਕ ਆਉਂਦੀ, ਉਦਣ ਆਪ ਜੀ ਦਾ ਪਵਿੱਤਰ ਪ੍ਰਕਾਸ਼ ਹੁੰਦਾ ਹੈ। ਆਪ ਜੀ ਦੇ ਪਵਿੱਤਰ ਮਾਤਾ ਪਿਤਾ ਜਿਨ੍ਹਾਂ ਦਾ ਭਾਈ ਸੱਤੇ ਤੇ ਬਲਵੰਡੇ ਨੇ ਬਾਣੀ 'ਚ ਵੀ ਜ਼ਿਕਰ ਕੀਤਾ ਹੈ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਬਾਬਾ ਫੇਰੂ ਜੀ ਆਪ ਜੀ ਦੇ ਪਿਤਾ ਸੀ। ਮਾਤਾ ਸਭਰਾਈ ਜੀ ਜਾਂ ਮਾਤਾ ਦਇਆ ਕੌਰ ਜੀ ਵੀ ਕਹਿ ਦਿੰਦੇ ਨੇ, ਆਪ ਜੀ ਦੇ ਮਾਤਾ ਜੀ ਸਨ। ਜਨਮ ਹੋਇਆ ਮਾਲਵੇ ਦੇ ਵਿੱਚ, ਪਿੰਡ ਸੀ ਨਾਂਗੇ ਦੀ ਸਰਾਂ, ਮੱਤੇ ਦੀ ਸਰਾਂ, ਤਹਿਸੀਲ ਮੁਕਤਸਰ ਸਾਹਿਬ, ਜ਼ਿਲ੍ਹਾ ਮੁਕਤਸਰ ਸਾਹਿਬ ਹੈ ਅੱਜ। ਉੱਥੇ ਇਹਨਾਂ ਦਾ ਪਵਿੱਤਰ ਪ੍ਰਕਾਸ਼ ਹੋਇਆ ਹੈ। ਇਹਨਾਂ ਦਾ ਵਿਆਹ ਹੋਇਆ ਹੈ ਖਡੂਰ ਸਾਹਿਬ ਦੇ ਰਹਿਣ ਵਾਲੇ ਸਤਿਕਾਰਯੋਗ ਭਾਈ ਦੇਵੀ ਦਾਸ ਦੀ ਲੜਕੀ ਬੀਬੀ ਖੀਵੀ ਦੇ ਨਾਲ। ਮਾਤਾ ਭਰਾਈ ਦੀ ਲੜਕੀ ਬੀਬੀ ਖੀਵੀ ਦੇ ਨਾਲ। ਜਿਸ ਬੀਬੀ ਖੀਵੀ ਦਾ, ਮਾਤਾ ਖੀਵੀ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਉਂਦਾ। ਬਲਵੰਡ ਖੀਵੀ ਨੇਕ ਜਨ, ਉਹਨਾਂ ਦੀ ਉਸਤਤ ਦੇ ਵਿੱਚ ਇਹ ਬਚਨ ਕੀਤੇ ਨੇ ਕਿ ਉਹ ਬਹੁਤ ਨੇਕ ਸਨ। ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕਿਆਲੀ। ਉਹ ਖੀਰ ਦੇ ਵਿੱਚ ਘਿਓ ਪਾ ਕੇ ਸੰਗਤ ਨੂੰ ਵਰਤਾਉਂਦੇ ਸੀ। ਸੰਗਤ ਨਾਲ ਇੰਨਾ ਮਾਣ ਕਰਦੇ ਸੀ। ਅੱਜ ਕੱਲ੍ਹ ਦੇ ਸਾਡੇ ਨਵੇਂ ਹੀ ਭਰਾ ਤੇ ਨਵਾਂ ਹੀ ਭਾਈਚਾਰਾ ਕਹਿੰਦੇ ਲੰਗਰ ਹੀ ਕਿਉਂ ਲਾਉਨੇ ਆ। ਹੁਣ ਕਿਹੜਾ ਦੱਸੇ ਵੀ ਉਹ ਤੇ ਖੀਰ 'ਚ ਵੀ ਘਿਓ ਪਾਈ ਜਾਂਦੇ ਸੀ। ਕਿੱਦਾਂ ਬੰਦ ਕਰ ਦਈਏ। ਤਾਂ ਐਸੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਜਿਵੇਂ ਤੁਸੀਂ ਕਬੀਰ ਸਾਹਿਬ ਦਾ ਇੱਕ ਸ਼ਬਦ ਸੁਣਿਆ ਹੋਊਗਾ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ, ਜੋ ਬੀਚ ਨਾ ਖਾਹੀ ਕਾਮ। ਕਬੀਰ ਸਾਹਿਬ ਕਹਿੰਦੇ ਜਿਹੜਾ ਫਲ, ਅੰਬ ਦਾ ਫਲ ਦਰਖਤ ਨਾਲ ਲੱਗਾ ਰਵੇ, ਹਨੇਰੀਆਂ ਝੱਲ ਜਾਵੇ, ਦੁੱਖ ਝੱਲ ਜਾਵੇ, ਮੀਂਹ ਝੱਲ ਜਾਵੇ, ਠੰਡ ਝੱਲ ਜੇ, ਉਹ ਪੱਕ ਜਾਂਦਾ ਤੇ ਖਸਮ ਦੇ ਕਬੂਲ ਪੈਂਦਾ ਹੈ। ਆਪ ਨੇ ਵੀ ਇਸੇ ਤਰ੍ਹਾਂ ਹੀ ਸਾਰੀ ਉਮਰ ਘਾਲਣਾ ਘਾਲੀ। ਗੁਰਬਾਣੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਮਰਦ ਆਖਿਆ, ਮਰਦ, ਕਿਉਂ ਗੁਰੂ ਨਾਨਕ ਦੇਵ ਸਾਹਿਬ ਦੀ ਪਰਖ ਨਹੀਂ ਸੀ ਕੋਈ ਪਾਸ ਕਰ ਸਕਦਾ। ਇਹਨਾਂ ਨੂੰ ਮਰਦ ਕਹਿ ਕੇ ਵਡਿਆਇਆ ਹੈ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਕਹਿੰਦੇ ਮਰਦ ਸੀ ਇਹ ਸ੍ਰੀ ਗੁਰੂ ਅੰਗਦ ਦੇਵ। ਮਰਦ ਦੋਵਾਂ ਨੂੰ ਕਿਹਾ, ਜਾਂ ਵਹਿ ਪ੍ਰਗਟਿਓ ਮਰਦ ਅਗੰਬੜਾ, ਜਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ। ਇਹ ਮਰਦ ਸੀ। ਇਹਨਾਂ ਕਹਿੰਦੇ ਕਮਾਈ ਕੀਤੀ ਬਹੁਤ ਜ਼ਿਆਦਾ। ਜਦੋਂ ਪਹਿਲੀ ਵਾਰੀ ਮਿਲੇ, ਪ੍ਰੇਮ ਦੇ ਨਾਲ ਘੋੜੀ ਤੇ ਚੜ੍ਹ ਕੇ ਆਏ ਸੀ, ਉਸਤਤ ਸੁਣੀ ਸੀ। ਲਾਟਾਂ ਵਾਲੀ ਦੇਵੀ ਜਿਹਨੂੰ ਜਵਾਲਾਮੁਖੀ ਕਹਿੰਦੇ, ਉਹਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ। ਪੈਰਾਂ 'ਚ ਘੁੰਗਰੂ ਬੰਨ੍ਹ ਕੇ ਸੂਹੇ ਰੰਗ ਦੇ ਕੱਪੜੇ ਪਾ ਕੇ ਨੱਚਦੇ ਹੁੰਦੇ। ਦੇਵੀ ਦੇ ਉਪਾਸ਼ਕ ਸਨ। ਜਦੋਂ ਗੁਰੂ ਨਾਨਕ ਦੇਵ ਸਾਹਿਬ ਨਾਲ ਪਹਿਲਾ ਮਿਲਾਪ ਹੋਇਆ, ਬਸ ਪਹਿਲੀ ਮਿਲਣੀ ਨੇ ਇਹਨਾਂ ਨੂੰ ਮੋਹਿਤ ਕਰ ਲਿਆ, ਖਿੱਚ ਲਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਾਣੀ ਜਾਣ ਸਮਰੱਥ ਪੁਰਖ ਸਨ, ਹਰੀ ਸਰੂਪ ਸਨ। ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਰਾਜ ਦਾ ਵਾਰਸ ਆ ਰਿਹਾ। ਉਹ ਪਿੰਡ ਤੋਂ ਕਰਤਾਰਪੁਰ ਸਾਹਿਬ ਤੋਂ ਬਾਹਰ ਖੜ੍ਹ ਗਏ। ਉਹਨਾਂ ਨੂੰ ਪੁੱਛਦੇ ਆ ਬਜ਼ੁਰਗਾ, ਸ੍ਰੀ ਗੁਰੂ ਨਾਨਕ ਤਪਾ ਜੀ ਦੇ ਦਰਸ਼ਨ ਕਰਦੇ। ਮਹਾਰਾਜ ਜੀ ਦਾ ਤਪਾ ਨਾਂ ਕਰਕੇ ਪ੍ਰਸਿੱਧ ਸੀ।
ਜਿਵੇਂ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦਾ ਇਹ ਸਥਾਨ ਆ, ਉਹਨਾਂ ਨੂੰ ਰਿਖੀ ਜੀ ਕਹਿੰਦੇ ਸੀ, ਉਹ ਰਿਖੀ ਕਰਕੇ ਪ੍ਰਸਿੱਧ ਸਨ। ਤਾਂ ਮਹਾਰਾਜ ਜੀ ਨੂੰ ਤਪਾ ਜੀ ਕਹਿੰਦੇ ਸਨ। ਤਾਂ ਪੁੱਛਦੇ ਨੇ, ਮੈਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਨੇ। ਇੰਨੀ ਨਿਮਰਤਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਲਗਾਮ ਫੜ ਲਈ, ਕਹਿੰਦੇ ਮੈਂ ਤੈਨੂੰ ਉੱਥੇ ਲੈ ਚੱਲਦਾ। ਪਤਾ ਨਹੀਂ ਸੀ ਵੀ ਇਹੀ ਹੈ। ਅੱਜ ਕੱਲ੍ਹ ਦਾ ਨਕਲੀ ਸਾਧ ਹੋਵੇ, ਪਖੰਡੀ ਸਾਧ ਹੋਵੇ, ਉਹ ਕਵੇ ਅੰਨਾ ਹੋਇਆ ਮੈਂ ਹੀ ਹਾਂ, ਥੱਲੇ ਉਤਰ ਘੋੜੇ ਤੋਂ ਮੱਥਾ ਟੇਕ। ਅਸਲੀ ਸੰਤ ਦੇ ਨਿਮਰਤਾ ਬੜੀ ਹੋਵੇ, ਬਹੁਤ ਜ਼ਿਆਦਾ ਨਿਮਰਤਾ। ਮਹਾਂਪੁਰਖਾਂ ਦਾ ਤੁਸੀਂ ਜੀਵਨ ਦੇਖ ਲਓ, ਸੰਗਤ ਤੋਂ ਵੀ ਨੀਵੀਂ ਥਾਂ ਪੁੱਟੀ ਸੀ ਜਿੱਥੇ ਉਹ ਬਹਿੰਦੇ ਸੀ। ਤਾਂ ਲੈ ਗਏ ਨਾਲ, ਕਹਿੰਦੇ ਆ ਉੱਥੇ ਘੋੜੀ ਬੰਨ੍ਹਦੇ ਤੇ ਆਪ ਛੋਟੇ ਦਰਵਾਜ਼ੇ ਥਾਣੀ ਸਿੰਘਾਸਣ ਉੱਤੇ ਪਲੰਘੇ ਉੱਤੇ ਚੌਂਕੜਾ ਮਾਰ ਕੇ ਬਹਿ ਗਏ। ਤੇ ਜਦੋਂ ਅੰਦਰ ਗਏ, ਘੋੜੀ ਬੰਨ੍ਹ ਕੇ ਦੇਖਿਆ ਇਹ ਤਾਂ ਉਹੋ ਹੀ ਆ, ਬਸ ਉਹ ਪਹਿਲੀ ਮਿਲਣੀ ਨਹੀਂ, ਐਸਾ ਜਾਦੂ ਕੀਤਾ ਮਹਾਰਾਜ ਦੇ ਬਣ ਕੇ ਰਹਿ ਗਏ। ਸਿਰ ਨਾ ਚੁੱਕਣ ਸ਼ਰਮ ਦੇ ਮਾਰੇ ਵੀ ਬੜੀ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ। ਜਿਹਦੇ ਦਰਸ਼ਨ ਕਰਨ ਆਇਆ ਉਹਨੂੰ ਤੋਰ ਕੇ ਲਿਆਇਆ ਤੇ ਆਪ ਘੋੜੀ ਤੇ ਚੜ੍ਹ ਕੇ ਆਇਆ। ਮਹਾਰਾਜ ਦਿਲ ਦੀ ਸਮਝ ਗਏ ਵੀ ਇਹਨੇ ਹੁਣ ਗੱਲ ਨਹੀਂ ਕਰਨੀ ਤੇ ਨਿਗਾਹ ਨਹੀਂ ਤਾਂ ਨੂੰ ਚੁੱਕਦਾ। ਪਹਿਲੇ ਦਰਸ਼ਨ ਨੇ ਇਹੋ ਜੀ ਲਾਟ ਜਗਾਤੀ ਨਾ, ਫਿਰ ਸਾਰੀ ਉਮਰ ਲਾਟਾਂ ਵਾਲੀ ਦੇਵੀ ਦੇ ਦਰਸ਼ਨ ਨਹੀਂ ਉਹ ਕਰਨਗੇ। ਐਸੀ ਜੋਤ ਜਗੀ ਉਹਨਾਂ ਦੇ ਅੰਦਰ। ਸੰਗ ਨੂੰ ਕਹਿ ਦਿੱਤਾ ਤੁਸੀਂ ਚਲੇ ਜਾਓ, ਹੁਣ ਮੈਂ ਨਹੀਂ ਕਿਤੇ ਜਾਣਾ। ਤਾਂ ਮਹਾਰਾਜ ਨੇ ਉਹਨਾਂ ਦੇ ਮਨ ਦੀ ਬੁੱਝ ਕੇ ਆਖਿਆ ਵੀ ਜਿਹੜੇ ਲਹਿਣੇਦਾਰ ਹੁੰਦੇ ਆ ਨਾ, ਉਹ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਜਿੰਨਾ ਕੁਝ ਲੈਣਾ ਹੈ। ਕਿਉਂ ਜਿਹੜੇ ਸ਼ਾਹੂਕਾਰ ਸੀ ਨਾ, ਉਹ ਹਾੜੀ ਤੇ ਸੌਣੀ ਘੋੜੀ ਤੇ ਚੜ੍ਹ ਕੇ ਆਪਣਾ ਲਹਿਣਾ ਲੈਂਦੇ ਹੁੰਦੇ ਸੀ। ਜਿਹੜੇ ਪੈਸੇ ਵੰਡੇ ਹੁੰਦੇ ਸੀ ਉਹ ਇਕੱਠੇ ਕਰਦੇ ਹੁੰਦੇ। ਤਾਂ ਉਹ ਪਹਿਲੀ ਮਿਲਣੀ ਨੇ, ਪਹਿਲੇ ਮਿਲਾਪ ਨੇ ਕਾਇਲ ਕਰਤਾ ਇਹਨਾਂ। ਕਹਿੰਦੇ ਜੀ ਇੱਕ ਵਾਰੀ ਘਰੇ ਚਲੇ ਜਾਵਾਂ, ਕਹਿੰਦੇ ਜਾਓ। ਪਤਾ ਸੀ ਮਹਾਰਾਜ ਨੂੰ ਵੀ ਮੁੜ ਕੇ ਆਉਣਗੇ, ਹੁਣ ਨਹੀਂ ਰਹਿ ਸਕਣਗੇ। ਬਾਣੀ ਨੇ ਬੜੇ ਸੋਹਣੇ ਜ਼ਿਕਰ ਕੀਤੇ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਉਹਨਾਂ ਦੀ ਐਸੀ ਅਵਸਥਾ ਸੀ। ਤਾਂ ਜਦੋਂ ਉਹ ਘਰੇ ਗਏ ਤੇ ਭਣੇਵਾ ਸੀ ਉਹਨਾਂ ਦਾ, ਖਡੂਰ ਸਾਹਿਬ ਰਹਿਣ ਲੱਗ ਪਏ। ਉਹ ਪਿੰਡ ਉੱਜੜ ਗਿਆ ਸੀ, ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਉਜਾੜ ਦਿੱਤਾ ਸੀ ਡਾਕੂਆਂ ਨੇ, ਚੋਰਾਂ ਨੇ। ਖਡੂਰ ਸਾਹਿਬ ਰਹਿਣ ਲੱਗੇ। ਤਾਂ ਇੱਥੇ ਭਣੇਵੇਂ ਨੂੰ ਕਹਿੰਦੇ ਵੀ ਇੱਕ ਮੈਨੂੰ ਇੱਕ ਲੂਣ ਦੀ ਪੰਡ ਬੰਨੀ ਮਹਾਰਾਜ ਨੇ, ਇੱਕ ਚਟਾਈ ਕਛ ਵਿੱਚ ਦੇ ਲਈ, ਲੂਣ ਦੀ ਪੰਡ ਸਿਰ ਤੇ ਰੱਖ ਲਈ ਤੇ ਭਣੇਵੇਂ ਨੂੰ ਕਹਿੰਦੇ ਵੀ ਦੁਕਾਨ ਸਾਂਭ ਲਾ। ਬ੍ਰਹਮ ਗਿਆਨੀ ਭਾਈ ਜੋਧ ਜੀ ਦੀ ਸੰਗਤ ਚੋਂ ਇਹਨਾਂ ਨੂੰ ਰੰਗ ਲੱਗਾ ਸੀ, ਪਤਾ ਲੱਗਾ ਸੀ ਵੀ ਗੁਰੂ ਨਾਨਕ ਦੇਵ ਸਾਹਿਬ ਕੌਣ ਆ। ਭਾਈ ਜੋਧ ਤੋਂ ਇਹਨਾਂ ਨੂੰ ਅਸਰ ਹੋਇਆ। ਤਾਂ ਉੱਥੇ ਫਿਰ ਭਣੇਵੇਂ ਨੇ ਆਖਿਆ ਵੀ ਤੁਸੀਂ ਸਭ ਕੁਝ ਹੀ ਛੱਡ ਕੇ ਚੱਲੇ ਹੋ, ਕਿੱਥੇ ਚੱਲੇ ਹੋ? ਕਹਿੰਦੇ ਤੁਸੀਂ ਦੁਕਾਨ ਸਾਂਭੋ, ਮਾਇਆ ਸਾਂਭੋ, ਮੈਨੂੰ ਅਸਲੀ ਚੀਜ਼ ਮਿਲ ਗਈ, ਮੈਂ ਹੁਣ ਛੱਡ ਨਹੀਂ ਸਕਦਾ, ਮੈਂ ਉੱਥੇ ਚੱਲਿਆ, ਪੱਕਾ ਹੀ ਚੱਲਿਆ। ਲੂਣ ਦੀ ਪੰਡ ਤੇ ਇੱਕ ਚਟਾਈ ਲੈ ਕੇ ਆਏ। ਜਗਤ ਗੁਰੂ ਨਾਨਕ ਦੇਵ ਸਾਹਿਬ ਦੇ ਸਤਿਕਾਰਯੋਗ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ ਸੀ। ਹੁਣ ਅਮੀਰ ਸੀ, ਕੱਪੜੇ ਬੜੇ ਸੋਹਣੇ ਪਾਏ, ਰੇਸ਼ਮੀ ਕੱਪੜੇ। ਮਾਤਾ ਨੂੰ ਤੇ ਚਾਅ ਚੜ ਗਿਆ ਵੀ ਸਾਰੇ ਹੀ ਖਾਣ ਵਾਲੇ ਆਉਂਦੇ ਆ, ਚੜਾਉਣ ਵਾਲਾ ਪਹਿਲੀ ਵਾਰੀ ਆਇਆ। ਤਾਂ ਮਾਤਾ ਨੇ ਆਖਿਆ ਵੀ ਲੂਣ ਦੀ ਪੰਡ ਲੰਗਰ 'ਚ ਦੇ ਦਿਓ। ਲੂਣ ਬੜਾ ਜ਼ਰੂਰੀ ਹੈ, ਜਿਸ ਗੁਰੂ ਦਾ ਖਾਨੇ ਆ ਉਹਦੇ ਬਣੇ ਰਹੀਏ, ਲੂਣ ਬੜਾ ਜ਼ਰੂਰੀ ਹੈ। ਤਾਂ ਪੁੱਛਿਆ ਮਾਤਾ ਜੀ ਬਾਬਾ ਜੀ ਕਿੱਥੇ ਆ, ਜਗਤ ਗੁਰੂ ਕਿੱਥੇ ਹਨ? ਉਹ ਕਹਿੰਦੇ ਵੀ ਪੈਲੀਆਂ ਵਿੱਚ ਝੋਨੇ ਦੇ ਵਿੱਚੋਂ ਗੰਦ ਕਢਾਉਂਦੇ ਪਏ, ਨਦੀਨ ਕਢਾਉਂਦੇ ਪਏ। ਬਹੁਤ ਸੋਹਣਾ ਜੀਵਨ ਆਉਂਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਜਿੰਨਾ ਮੈਂ ਸੁਣਾ ਸਕੂੰਗਾ ਓਨਾ ਹੀ ਸੁਣਾ ਸਕੂੰ। ਤਾਂ ਹੋਇਆ ਕਿ ਉਸੇ ਵੇਲੇ ਚਲੇ ਗਏ, ਮੱਥਾ ਟੇਕਿਆ। ਮਹਾਰਾਜ ਜੀ ਇਹਨਾਂ ਨੂੰ ਪੁਰਖਾ ਕਹਿ ਕੇ ਬੁਲਾਉਂਦੇ ਸੀ। ਪੁਰਖਾ, ਇਹ ਪੁਰਖਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ, ਉਹ ਪੁਰਖਾ ਕਹਿੰਦੇ ਸੀ ਇਹਨਾਂ ਨੂੰ।
ਪੁਰਖ ਕਹਿੰਦੇ ਜਿਹੜਾ ਪੂਰਾ ਹੋਵੇ, ਜਾਂ ਪੁਰਖ ਕਹਿੰਦੇ ਜਿਹੜਾ ਨਰਕਾਂ 'ਚੋਂ ਪੈਣ ਤੋਂ ਬਚਾ ਲਵੇ, ਉਹਨੂੰ ਪੁਰਖ ਕਹਿੰਦੇ। ਸੰਸਕ੍ਰਿਤ ਸ਼ਬਦ ਆ ਨਾ, ਪੂ ਮੈਨੇ ਨਰਕ, ਰੱਖ ਮੈਨੇ ਰੱਖਣ ਵਾਲਾ। ਤਾਂ ਉਹ ਐਸੇ ਮਹਾਂਪੁਰਖ ਸਨ। ਤਾਂ ਮਹਾਰਾਜ ਨੂੰ ਕਹਿੰਦੇ ਜੀ ਮੈਂ ਸੇਵਾ ਕਰਾਂ, ਕਹਿੰਦੇ ਤੂੰ ਵੀ ਗੰਦ ਕੱਢ ਲੈ। ਹੁਣ ਰੇਸ਼ਮੀ ਕੱਪੜੇ ਪਾਏ ਉੱਦਾਂ ਹੀ ਝੋਨੇ 'ਚ ਵਾੜ, ਚਿੱਕੜ 'ਚ ਵਾੜ। ਸਾਨੂੰ ਤੇ ਪੱਗ ਦਾ ਹੀ ਡਰ ਰਹਿੰਦਾ ਨਾ, ਵੀ ਠੋਕ ਕੇ ਬੜੀ ਬੰਨੀ ਆ, ਬੜੇ ਪੇਜ ਪਾ ਪਾ ਕੇ ਬਾਜ ਨਾ ਸਿੱਧੇ ਕਰਕੇ ਕਿਤੇ ਗੰਦੀ ਨਾ ਹੋ ਜੇ, ਖਰਾਬ ਨਾ ਹੋ ਜੇ, ਚਿੱਬੀ ਨਾ ਹੋ ਜੇ, ਸਿੱਧਾ ਹੀ ਝੋਨੇ 'ਚ ਵਾੜਤਾ ਮਹਾਰਾਜ। ਹੁਣ ਇਹਨਾਂ ਨੂੰ ਪਤਾ ਹੈ ਨਹੀਂ ਸੀ, ਦੁਕਾਨ ਕਰਦੇ ਸੀ। ਇਹਨਾਂ ਨਦੀਨ ਤੇ ਕੀ ਕੱਢਣਾ ਸੀ? ਝੋਨਾ ਪੁੱਟ-ਪੁੱਟ ਬਾਹਰ ਸੁੱਟੀ ਜਾਣ, ਖੇਤੀ ਪੁੱਟ-ਪੁੱਟ ਬਾਹਰ ਸੁੱਟੀ ਜਾਣ, ਗੰਦ ਤੇ ਇਹਨਾਂ ਕੀ ਕੱਢਣਾ। ਜਦੋਂ ਮਹਾਰਾਜ ਨੇ ਵੇਖਿਆ ਵੀ ਇਹਨੂੰ ਨਹੀਂ ਪਤਾ ਵੀ ਵਾਹੀ ਕਿੱਦਾਂ ਕਰੀਦੀ ਆ, ਮਹਾਰਾਜ ਕਹਿੰਦੇ ਤੂੰ ਰਹਿਣ ਦੇ, ਤੂੰ ਐਂ ਕਰ, ਜਿਹੜਾ ਗੰਦ ਕੱਢਿਆ ਵਾ ਨਾ, ਘਾਹ ਫੂਸ ਆਦਿਕ, ਉਹਦੀ ਪੰਡ ਬੰਨ ਲਾ ਤੇ ਜਾ ਕੇ ਮੱਝਾਂ ਨੂੰ ਪਾ। ਹੁਣ ਜਦੋਂ ਉਹਦੀ ਪੰਡ ਬੰਨੀ ਨਾ, ਉਹਦੇ ਚੋਂ ਚਿੱਕੜ ਚੋਂਦਾ ਸੀ। ਜਦੋਂ ਸਿਰ ਤੇ ਰੱਖੀ ਤੇ ਫਿਰ ਉਹ ਸਾਰੇ ਹੀ ਕੱਪੜੇ ਪੱਗ ਤੋਂ ਲੈ ਕੇ ਸਭ ਗੰਦੇ ਹੋ ਗਏ, ਮੂੰਹ ਤੇ ਵੀ, ਦਾੜੀ ਤੇ ਵੀ। ਤੇ ਜਦੋਂ ਮਾਤਾ ਸੁਲੱਖਣੀ ਨੇ ਵੇਖਿਆ ਨਾ ਜਿਹੜਾ ਸੇਵਾ ਕਰਨ ਵਾਲਾ ਵਾ ਉਹਦਾ ਆਹ ਹਾਲ ਕੀਤਾ, ਤਾਂ ਮਾਤਾ ਕਹਿਣ ਲੱਗੀ ਮਹਾਰਾਜ ਨੂੰ ਵੀ ਜੇ ਕੋਈ ਚੰਗਾ ਸਿੱਖ ਆ ਜੇ ਨਾ ਤੇ ਉਹਨੂੰ ਛੱਡ ਦਿਆ ਕਰੋ, ਉਹਦਾ ਲਿਹਾਜ਼ ਕਰ ਲਿਆ ਕਰੋ। ਤਾਂ ਮਹਾਰਾਜ ਕਹਿੰਦੇ ਵੀ ਮੈਂ ਕੀ ਕੀਤਾ? ਕਹਿੰਦੇ ਉਹਦੇ ਕੱਪੜੇ ਖਰਾਬ ਹੋ ਗਏ, ਸਾਰਾ ਕੁਝ। ਕਹਿੰਦੇ ਜਿਹੜਾ ਤੈਨੂੰ ਗੰਦ ਦਿਖਦਾ ਇਹ ਤਾਂ ਮੈਂ ਇਹਦੇ ਅਤਰ ਛਿੜਕਿਆ, ਜਿਹੜੀ ਤੈਨੂੰ ਪੰਡ ਦਿਖਦੀ ਆ ਨਾ ਗੰਦ ਦੀ, ਇਹ ਤਾਂ ਦੀਨ ਦੁਨੀਆ ਦਾ ਮੈਂ ਸਿੰਘਾਸਣ ਇਹਦੇ ਸਿਰ ਤੇ ਰੱਖਿਆ। ਐਸੀ ਉਹਨਾਂ ਨੇ ਬਾਣੀ ਨੇ ਫਿਰ ਉਹਨਾਂ ਦੀ ਉਸਤਤ ਕੀਤੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਰ ਲਈ। ਇੰਨੀ ਸੇਵਾ ਕੀਤੀ ਕਹਿੰਦੇ ਉਹਨਾਂ ਨੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਐਸੇ ਮਹਾਂਪੁਰਖ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੇਵਕ ਦੀ ਪਰੰਪਰਾ ਸ਼ੁਰੂ ਕੀਤੀ। ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ, ਭਾਈ ਲਹਿਣੇ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਦੇਣ ਲੱਗੇ ਗੱਦੀ, ਤਾਂ ਕਿਸੇ ਦੇ ਆਖੇ ਨਹੀਂ ਲੱਗੇ। ਅਖੀਰ ਫਿਰ ਨਾਨਕੇ ਦਾਦਕੇ ਇਕੱਠੇ ਹੋਏ, ਪੰਚਾਇਤ ਇਕੱਠੀ ਹੋਈ ਵੀ ਅਸੀਂ ਸਮਝਾਉਂਦੇ ਹਾਂ ਬਾਬਾ ਜੀ ਨੂੰ ਵੀ ਪੁੱਤਾਂ ਦੀ ਚੀਜ਼ ਹੈ, ਹੋਰ ਕਿਸੇ ਨੂੰ ਕਿਉਂ ਦਿੰਦੇ। ਤਾਂ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਇਦਾਂ ਕਰੋ ਵੀ ਸਾਰੇ ਇਕੱਠੇ ਹੋ ਕੇ ਆ ਜਾਓ, ਆਪਾਂ ਇੱਕ ਦਿਨ 'ਚ ਹੀ ਗੱਲ ਨਿਬੇੜ ਦੇਣੀ। ਇਕੱਠੇ ਹੋ ਕੇ ਆ ਗਏ ਸਾਰੇ, ਨਾਨਕਾ ਪਰਿਵਾਰ, ਮਹਾਰਾਜ ਜੀ ਦੇ ਮਾਮਾ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਮਾਮਾ ਜੀ, ਉਹ ਵੀ ਆ ਗਏ, ਨਾਨੀ ਆ ਗਈ, ਸਾਰੇ ਆ ਗਏ, ਕਿਉਂ ਨਾਨਕਿਆਂ ਦੀ ਮਿਹਰ ਹੁੰਦੀ ਹੈ। ਤਾਂ ਜਦੋਂ ਮਹਾਰਾਜ ਜੀ ਕਹਿੰਦੇ ਆ ਗਏ ਇਕੱਠੇ ਹੋ ਗਏ, ਕਹਿੰਦੇ ਠੀਕ ਆ, ਸਾਹਿਬਜ਼ਾਦਿਆਂ ਨੂੰ ਵੀ ਸੱਦ ਲਓ। ਸਾਹਿਬਜ਼ਾਦਿਆਂ ਨੂੰ ਵੀ ਸੱਦਿਆ ਗਿਆ। ਹੱਥ ਦੇ ਵਿੱਚ ਮਹਾਰਾਜ ਨੇ 2 ਟਕੇ ਫੜੇ ਤੇ ਸਾਰੀ ਪੰਚਾਇਤ ਨੂੰ ਦਿਖਾ ਕੇ ਕਹਿਣ ਲੱਗੇ ਸਾਹਿਬਜ਼ਾਦਿਆਂ ਨੂੰ ਵੀ ਮੇਰੇ ਹੱਥ 'ਚ ਕੀ ਆ। ਤਾਂ ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਗ ਸੁਆਮੀ ਬਾਬਾ ਸ੍ਰੀ ਚੰਦ ਸਾਹਿਬ ਇੱਛਾ ਰਹਿਤ ਸਨ, ਬੇਪਰਵਾਹ ਸਨ। ਉਹਨਾਂ ਕਹਿ ਦਿੱਤਾ ਜੀ 2 ਟਕੇ ਹੀ ਆ, ਹੋਰ ਕੀ ਆ ਤੁਹਾਡੇ ਹੱਥ। ਬੇਪਰਵਾਹੀ 'ਚ ਕਹਿ ਗਏ, ਸਮਝ ਨਾ ਸਕੇ ਵੀ ਕਹਿਣਾ ਕੀ ਚਾਹੁੰਦੇ। ਬਾਬਾ ਲਖਮੀ ਚੰਦ ਜੀ ਨੇ ਆਖਿਆ ਤੁਸੀਂ ਚੇਤਾ ਭੁੱਲ ਜਾਂਦਾ, ਬਜ਼ੁਰਗ ਹੋ ਗਏ ਹੋ, 2 ਟਕੇ ਆ ਤੁਹਾਡੇ ਹੱਥ 'ਚ। ਕਹਿੰਦੇ ਦੇਖ ਲਿਆ ਸਭ ਨੇ? ਕਹਿੰਦੇ ਦੇਖ ਲਿਆ। ਕਹਿੰਦੇ ਭਾਈ ਲਹਿਣੇ ਨੂੰ ਆਵਾਜ਼ ਮਾਰੋ। ਆਵਾਜ਼ ਮਾਰੀ, ਕਹਿੰਦੇ ਲਹਿਣਿਆ ਮੇਰੇ ਹੱਥ 'ਚ ਕੀ ਹੈ। ਹੁਣ ਪਤਾ ਤੇ ਉਹਨਾਂ ਨੂੰ ਵੀ ਸੀ ਵੀ 2 ਟਕੇ, ਪਰ ਉਹ ਸੋਚੀ ਪੈ ਗਏ ਵੀ ਇਹ ਗੁਰੂ ਦਾ ਹੱਥ ਆ ਤੇ ਗੁਰੂ ਦੇ ਹੱਥੇ 2 ਟਕੇ ਨਹੀਂ ਹੋ ਸਕਦੇ। ਉਹਨਾਂ ਆਖਿਆ ਹੱਥ ਜੋੜ ਕੇ, ਮਹਾਰਾਜ ਜੀ ਤੁਹਾਡੇ ਹੱਥ 'ਚ ਦੋਵੇਂ ਲੋਕ ਆ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਰੱਬ ਵਾਸਤੇ, ਪਰ ਸਾਡਾ ਰੱਬ ਤੇ ਇਹੀ ਹੈ। ਤਾਂ ਮਹਾਰਾਜ ਨੇ ਸਾਰੀ ਪੰਚਾਇਤ ਨੂੰ ਦੱਸ ਦਿੱਤਾ ਵੀ ਇਹ ਮੈਨੂੰ ਪਿਓ ਸਮਝਦੇ ਆ ਤੇ ਇਹ ਮੈਨੂੰ ਰੱਬ ਸਮਝਦਾ।
ਜਿਹੜਾ ਮੈਨੂੰ ਜੋ ਸਮਝੂਗਾ ਉਹੋ ਹੀ ਬਣੂਗਾ। ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਤੇ ਖੁਸ਼ ਹੋ ਕੇ ਮਹਾਰਾਜ ਨੇ ਗੱਦੀ ਦਿੱਤੀ ਉਹਨਾਂ ਪੁੱਤਰਾਂ ਨੂੰ ਛੱਡ ਕੇ। ਔਰ ਇਸ ਗੱਲ ਦਾ ਕੋਈ ਲਾਭ ਉਠਾ ਕੇ ਉਹਨਾਂ ਦੇ ਪੁੱਤਰਾਂ ਦੀ ਨਿੰਦਿਆ ਕਰੇ ਤਾਂ ਇਹ ਵੀ ਗੱਲ ਸ਼ੋਭਦੀ ਨਹੀਂ, ਕਿਉਂ ਜਿਹਦੇ ਮੱਥੇ ਉੱਤੇ ਸੇਵਾ ਲਿਖੀ ਆ ਉਹਨੂੰ ਹੀ ਮਿਲਣੀ। ਹੁਣ ਕਈ ਇੱਕ ਪੰਕਤੀ ਪੜ੍ਹ ਕੇ ਨਿੰਦਿਆ ਕਰਦੇ ਆ ਬਾਬਾ ਜੀ ਦੀ, ਸਾਹਿਬਜ਼ਾਦਿਆਂ ਦੀ, ਕਿ ਦਿਲ ਖੋਟੇ ਆਕੀ ਫਿਰੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਬਾਣੀ ਨੇ ਵੀ ਲਿਖਿਆ ਵੀ ਉਹ ਬਚਨ ਨਹੀਂ ਮੰਨ ਸਕੇ। ਬਚਨ ਤਾਂ ਫਿਰ ਬਾਬਾ ਬੁੱਢਾ ਸਾਹਿਬ ਵੀ ਨਹੀਂ ਮੰਨ ਸਕੇ। ਉਹ ਵੀ ਡਰ ਗਏ ਜਦੋਂ ਧਾਨਕ ਰੂਪ ਉਹਨਾਂ ਨੇ ਧਾਰਨ ਕੀਤਾ, ਭਿਆਨਕ ਰੂਪ ਧਾਰਨ ਕੀਤਾ। ਉਦੋਂ ਭਾਈ ਲਹਿਣਾ ਹੀ ਇਕੱਲਾ ਰਹਿ ਗਿਆ। ਜਦੋਂ ਮਹਾਰਾਜ ਨੇ ਆਖਿਆ ਕਿ ਜੇ ਮੇਰੇ ਨਾਲ ਰਹਿਣਾ ਤੇ ਫਿਰ ਮਰੀ ਹੋਈ ਲਾਸ਼ ਖਾ, ਕਹਿਣ ਤੋਂ ਭਾਵ ਵੀ ਨਿੰਦਿਆ ਤੋਂ ਬਚਣਾ ਚਾਹੀਦਾ ਹੈ।